ਚਵਰ ਛਤਰ ਤਖਤ ਦੇ ਮਾਲਕ ਜਾਤ ਗੁਰੂ ਸਾਹਿਬੇ ਕਮਾਲ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜੂਰ ਅੰਦਰ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਸਤਿਗੁਰਾਂ ਨੇ ਅਪਾਰ ਕਿਰਪਾ ਬਖਸ਼ਿਸ਼ ਕਰਕੇ ਤੁਠ ਕਰਕੇ ਅੰਮ੍ਰਿਤ ਵਈ ਅਲਾਹੀ ਬਾਣੀ ਅਕਾਲੀ ਬਾਣੀ ਦੇ ਮੁੱਖ ਵਾਕ ਦੀ ਬਖਸ਼ਿਸ਼ ਕੀਤੀ ਹੈ। ਆਓ ਪਾਵਨ ਹਜੂਰ ਅੰਦਰ ਜੁੜ ਕਰਕੇ ਸਤਿਗੁਰਾਂ ਦੀ ਇਲਾਹੀ ਬਾਣੀ ਦੀ ਵਿਚਾਰ ਸਰਵਣ ਕਰੀਏ। ਕੋਈ ਵੀ ਰਸਨਾ ਵਾਂਝ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼ਹੀਦਾਂ ਦੇ ਸਰਤਾਜ, ਬਾਣੀ ਕੇ ਬੋਧ, ਸੇਵਾ ਸ਼ਾਂਤੀ ਦੇ ਪੰਜ, ਦਇਆ ਦੀ ਮੂਰਤ, ਪੰਜਵਾਂ ਗੁਰੂ ਨਾਨਕ, ਧੰਨ ਗੁਰੂ ਅਰਜਨ ਦੇਵ ਮਹਾਰਾਜ ਆਪਣੇ ਮੁਖਾਰ ਬਿੰਦ ਤੋਂ ਇਹ ਪਾਵਨ ਮੁੱਖ ਵਾਕ ਸੋਠ ਰਾਗ ਦੇ ਅੰਦਰ ਬਖਸ਼ਿਸ਼ ਕਰ ਰਹੇ ਆ। ਸਤਿਗੁਰੂ ਜੀ ਦੂਜੇ ਘਰ ਦੇ ਵਿੱਚ ਗਾਉਣ ਦਾ ਹੁਕਮ ਕਰਦੇ ਨੇ, ਜੋ ਕਿ ਧੰਨ 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 ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 613 ਅਤੇ 14 ਉੱਤੇ ਸੁਭਾਇਮਾਨ ਹੈ। ਸਤਿਗੁਰੂ ਜੀ ਫਰਮਾਨ ਕਰਦੇ ਹੈ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤੈ ਤੁਮ ਰਾਖਣ ਹਾਰੇ। ਸਤਿਗੁਰੂ ਜੀ ਫਰਮਾਨ ਕਰਦੇ, ਜੋ ਮਾਂ ਦੇ ਗਰਭ ਦੇ ਵਿੱਚ ਬੱਚਾ ਪਲ ਰਿਹਾ, ਸੰਸਾਰੀ ਤੌਰ ਤੇ ਉਹ 9 ਮਹੀਨਿਆਂ ਦਾ ਸਮਾਂ ਹੈ। ਤੇ ਕਹਿੰਦੇ ਮਾਂ ਦੇ ਗਰਭ ਦੇ ਵਿੱਚ ਜੇ ਉਹਦੀ ਰੱਖਿਆ ਹੋ ਰਹੀ ਹੈ, ਸਾਂਭ ਸੰਭਾਲ ਉਹਦੀ ਹੋ ਰਹੀ ਹੈ, ਕਿਉਂਕਿ ਉਹ ਮਾਂ ਦੇ ਗਰਭ ਦੇ ਅੰਦਰ ਦੱਸਿਆ ਜਾਂਦਾ ਹੈ ਕਿ ਬੱਚਾ ਪੁੱਠਾ ਉਲਟਿਆ ਹੁੰਦਾ, ਪੁੱਠਾ ਲਮਕ ਰਿਹਾ ਹੁੰਦਾ, ਤੇ ਕੋਰੋ ਮਾਲ ਮੂਤਰ ਦੀ ਜੋ ਮਿੱਝ ਦੀ ਧਾਰਾ ਵਗ ਰਹੀ ਹੈ, ਕੁੰਭੀ ਨਰਕ ਦੇ ਵਿੱਚ ਉਹ ਖਲੋਤਾ ਹੈ, ਉਹ ਵੀ ਪੁੱਠਾ। ਤੇ ਉੱਥੇ ਜੇ ਰੱਖਿਆ ਉਹਦੀ ਹੋ ਰਹੀ ਹੈ, ਉਹਦੀ ਸੰਭਾਲ ਹੋ ਰਹੀ ਹੈ, ਤਾਂ ਸਤਿਗੁਰੂ ਜੀ ਦੇ ਪਾਵਨ ਸਿਮਰਨ ਕਰਕੇ, ਸਿਮਰਨ ਦੀ ਬਰਕਤ ਕਰਕੇ ਹੈ। ਕਿਉਂਕਿ ਉੱਥੇ ਨਾ ਤਾਂ ਹੁਣ ਕੋਈ ਮਾਇਆ ਦਾ ਸੰਬੰਧ ਹੈ, ਨਾ ਸੰਸਾਰ ਦਾ ਕੋਈ ਸੰਬੰਧ ਹੈ, ਨਾ ਕੋਈ ਸਰੀਰ ਦਾ ਸੰਬੰਧ ਹੈ। ਨਿਰਲੇਪ ਹੈ ਉਹ ਸਾਰੀ ਮੋਹ ਮਾਇਆ ਦੇ ਅੰਦਰੋਂ। ਇਸ ਕਰਕੇ ਉਹ ਪ੍ਰਭੂ ਪਰਮਾਤਮਾ ਪਰਮੇਸ਼ਰ ਦਾ ਸਿਮਰਨ ਕਰ ਰਿਹਾ ਹੈ ਕਿ ਸਤਿਗੁਰੂ ਇਸ ਕੁੰਭੀ ਨਰਕ ਤੋਂ ਮੈਨੂੰ ਛੇਤੀ ਛੇਤੀ ਕੱਢ ਦੇ, ਤੇਰਾ ਸਿਮਰਨ ਤੇਰਾ ਆਰਾਧਨ ਮੈਂ ਕਰੂੰਗਾ। ਜਨਮ ਲੈਂਦਾ ਹੈ ਮਾਇਆ ਦੇ ਵਿੱਚ, ਮੋਹ ਦੇ ਵਿੱਚ, ਜੰਜਾਲ ਦੇ ਵਿੱਚ ਫਸ ਜਾਂਦਾ ਹੈ, ਫਿਰ ਮਾਇਆ ਵਿੱਚ ਹੀ ਰਹਿ ਜਾਂਦਾ ਹੈ, ਪਰਮਾਤਮਾ ਵਿਸਾਰ ਦਿੰਦਾ ਹੈ। ਤੇ ਮਹਾਰਾਜ ਕਹਿੰਦੇ ਇਸ ਕਰਕੇ ਸਤਿਗੁਰੂ ਜੀ ਜਿਨ੍ਹਾਂ ਨੂੰ ਤੁਸੀਂ ਮਾਂ ਦੇ ਗਰਭ ਦੇ ਅੰਦਰ ਆਪਣਾ ਸਿਮਰਨ ਦੇ ਕੇ ਉਹਦੀ ਰੱਖਿਆ ਕਰ ਰਹੇ ਹੋ, ਜਿਵੇਂ ਮਹਾਰਾਜ ਨੇ ਆਪਣੀ ਬਾਣੀ 'ਚ ਹੁਕਮ ਕੀਤਾ ਹੈ ਨਾ ਕਿ ਕੂੰਜਾਂ ਆਪਣੇ ਆਂਡੇ ਦੇ ਦਿੰਦੀਆਂ ਹਨ, ਉਹਨਾਂ ਦਾ ਸਿਮਰਨ ਦਾ ਬਾਲ ਮਹਾਰਾਜ ਨੇ ਉਹਨਾਂ ਨੂੰ ਦਿੱਤਾ ਹੈ। ਉਹ ਜਦੋਂ ਭੋਜਨ ਵਾਸਤੇ ਇੱਕ ਥਾਂ ਤੋਂ ਦੂਜੀ ਥਾਂ ਉੱਡ ਕੇ ਜਾਂਦੀਆਂ ਨਾ, ਤਾਂ ਬੱਚੇ ਤਾਂ ਆਂਡਿਆਂ 'ਚ ਉਹ ਜਾ ਨਹੀਂ ਸਕਦੇ, ਔਰ ਜਾਂ ਉਹ ਬੱਚੇ ਛੋਟੇ ਨੇ, ਆਂਡੇ ਦੇ ਵਿੱਚ ਨਿਕਲ ਵੀ ਆਏ ਨੇ, ਤਾਂ ਉਹ ਉੱਡ ਕੇ ਆਪਣਾ ਭੋਜਨ ਨਹੀਂ ਤਲਾਸ਼ ਕਰ ਸਕਦੇ, ਤਾਂ ਬੈਠਿਆਂ ਨੂੰ ਭੋਜਨ ਦੇਣਾ। ਤਾਂ ਉਹ ਕਹਿੰਦੇ ਉਹ ਕੂੰਜਾਂ, ਉਹ ਪੰਛੀ ਉੱਡ ਕੇ ਭੋਜਨ ਦੀ ਤਲਾਸ਼ ਜਾਂਦੀਆਂ, ਭੋਜਨ ਕਰਦੀਆਂ, ਅਤੇ ਉਹ ਸੁਰਤ ਕਰਕੇ ਸਿਮਰਨ ਕਰਦੇ ਆ ਆਪਣੇ ਬੱਚਿਆਂ ਦਾ ਵੀ ਇਹ ਭੋਜਨ ਮੈਂ ਨਹੀਂ ਕਰ ਰਹੀ, ਮੇਰੇ ਬੱਚੇ ਹੀ ਛਕ ਰਹੇ ਆ।
ਤੇ ਸਿਮਰਨ ਦੇ ਨਾਲ ਹੀ ਮਹਾਰਾਜ ਕਹਿੰਦੇ ਉਹਨਾਂ ਦੇ ਬੱਚਿਆਂ ਨੂੰ ਭੋਜਨ ਮਿਲਦਾ, ਉਹ ਪਲਦੇ ਆ। ਤੇ ਸ਼ਾਮ ਨੂੰ ਆਪਾਂ ਸੋਦਰ ਦਾ ਪਾਠ ਕਰ ਰਹੇ ਹਾਂ ਨਾ, ਤਾਂ ਪੰਚਮ ਪਾਤਸ਼ਾਹੀ ਸਤਿਗੁਰੂ ਜੋ ਸਰਲੇਖ ਦੇ ਕੇ ਆਰੰਭ ਕਰ ਦੇਣਾ ਕਾਹੇ ਰੇ, ਉਹਦੇ ਅੰਦਰ ਜਾ ਕੇ ਮਹਾਰਾਜ ਅੱਗੇ ਪੌੜੀ ਉਚਾਰਨ ਕਰਦੇ ਆ, ਊਡ ਊਡ ਆਵੈ ਸੈ ਕੋਛਾਂ ਤਿਸ ਪਾਛੇ ਬਚਰੇ ਛਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਉਹਨਾਂ ਨੂੰ ਕਹਿੰਦੇ ਕੌਣ ਚੁਗਾ ਰਿਹਾ? ਜਦੋਂ ਪੰਛੀ ਉੱਡ ਕੇ ਦੂਰ ਚਲੇ ਗਏ ਤਾਂ ਮਹਾਰਾਜ ਕਹਿੰਦੇ ਉਹਨਾਂ ਨੂੰ ਸਿਮਰਨ ਦੇ ਨਾਲ, ਸਿਮਰ ਦੀ ਬਰਕਤ ਦੇ ਨਾਲ, ਸਿਮਰਤੀ ਨਾਲ ਉਹਨਾਂ ਨੂੰ ਭੋਜਨ ਮਿਲ ਰਿਹਾ। ਜੀ ਕੱਛੂ ਕੰਮੀ ਦੀ ਵੀ ਭਾਈ ਗੁਰਦਾਸ ਜੀ ਉਦਾਹਰਨ ਦਿੰਦੇ ਆ ਕਿ ਕੱਛੂ ਕੰਮੀ ਨਦੀ ਵਿੱਚ ਨਹੀਂ ਆਂਡੇ ਦੇ ਸਕਦੀ, ਪਾਣੀ ਵਿੱਚ ਉਹਨਾਂ ਦਾ ਠਹਿਰਾਓ ਆ, ਜੀਵਨ ਪਾਣੀ 'ਚ ਹੈ। ਤਾਂ ਉਹ ਨਦੀ ਦੇ ਕਿਨਾਰੇ ਆ ਕੇ ਰੇਤ 'ਤੇ ਆਂਡੇ ਦਿੰਦੀ, ਤਾਂ ਉਹ ਵੀ ਉਹ ਧਿਆਨ ਦੇ ਬਰਕਤ ਦੇ ਨਾਲ ਧਿਆਨ ਤਾਰ ਕੇ ਆਂਡੇ ਦੇ ਕੇ ਪਾਣੀ ਚਲੀ ਜਾਂਦੀ। ਅਤੇ ਧਿਆਨ ਹਰ ਵੇਲੇ ਉਹਨਾਂ ਦਾ ਆਪਣੇ ਬੱਚਿਆਂ 'ਚ, ਆਪਣੇ ਆਂਡਿਆਂ 'ਚ, ਅਤੇ ਧਿਆਨ ਦੇ ਮਾਤਰੀ ਉਹ ਆਪਣੇ ਬੱਚਿਆਂ ਨੂੰ ਪਾਲ ਰਹੀ ਹੈ, ਭੋਜਨ ਦੇ ਰਹੀ ਹੈ, ਔਰ ਉਹ 'ਚ ਬਾਲ ਹੈ। ਆਪਣੇ ਧਿਆਨ ਦੇ ਨਾਲ ਜੋ ਬੱਚੇ ਬਾਹਰ ਆ ਜਾਂਦੇ ਤਾਂ ਉਹ ਪਾਣੀ 'ਚ ਬੁਲਾ ਲੈਂਦੀ। ਤਾਂ ਸਤਿਗੁਰੂ ਜੀ ਕਹਿੰਦੇ ਐਸਾ ਸਿਮਰਨ, ਐਸਾ ਧਿਆਨ ਉਸ ਨਿਰੰਕਾਰ ਦਾ ਕਰ। ਸਤਿਗੁਰੂ ਜੋ ਤੇਰੇ ਦੁਆਰਾ ਥਾਪੇ ਹੋਏ ਜੋ ਜੀਵ ਨੇ, ਉਹ ਆਪਣੇ ਸਿਮਰਨ ਦੇ ਨਾਲ ਇਹ ਕੁਝ ਕਰ ਰਹੇ ਹੈ, ਆਪਣੇ ਬੱਚੇ ਪਾਲ ਰਹੇ ਹੈ। ਅਤੇ ਸਤਿਗੁਰੂ ਤੂੰ ਵੀ ਸਿਮਰਨ ਦੇ ਕੇ ਜੀਵਾਂ ਦਾ ਭਲਾ ਕਰਦਾ ਹੈ। ਕਹਿੰਦੇ ਮਾਂ ਦੇ ਗਰਭ ਵਿੱਚ ਆਪਣਾ ਸਿਮਰਨ ਬਖਸ਼ਿਸ਼ ਕਰਕੇ ਉੱਥੇ ਰੱਖਿਆ ਕਰਦਾ ਹੈ। ਭਗਤ ਜੀ ਵੀ ਕਹਿੰਦੇ ਆ ਨਾ ਇੱਥੇ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਬਿਖੈ ਬਿਖੈ ਕੀ ਵਾਸਨਾ ਤਜੀਆ, ਨੈ ਜਾਈ ਆਨਕ ਜਤਨ ਕਰ ਰਾਖੀਐ, ਫਿਰ ਲਪਟਾਈ। ਤਾਂ ਮਹਾਰਾਜ ਦੱਸ ਰਹੇ ਹੈ ਕਿ ਉਹ ਨਿਰੰਕਾਰ ਸਤਿਗੁਰੂ ਜੀ ਜੋ ਸਾਰੇ ਸੰਸਾਰ ਨੂੰ ਪਾਲਣਾ ਪੋਸ਼ਣਾ ਕਰ ਰਹੇ ਹੈ, ਔਰ ਜਿਹਦਾ ਨਾਮ, ਜਿਹਦਾ ਸ਼ਬਦ, ਜਿਹਦਾ ਉਪਦੇਸ਼ ਕਮਾ ਕੇ ਹੈ ਬੰਦੇ ਤੂੰ ਇਸ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ, ਉਹ ਮਾਂ ਦੇ ਗਰਭ ਵਿੱਚ ਵੀ ਤੈਨੂੰ ਆਪਣਾ ਸਿਮਰਨ ਦੇ ਕੇ ਤੇਰੀ ਰਖਵਾਲੀ ਕਰਦਾ ਹੈ। ਪਾਵਕ ਸਾਗਰ ਅਥਾ ਲਹਿਰ ਮੈਂ, ਤਾਰੋ ਤਾਰਨ ਹਾਰੇ। ਸਤਿਗੁਰੂ ਜੀ ਆ ਜੋ ਤੁਸੀਂ ਜਿੱਥੇ ਮਾਂ ਦੇ ਪੇਟ ਵਿੱਚ ਜਠਰ ਅਗਣੀ ਹਨ, ਵਕਾਰਾਂ ਤੋਂ ਜਠਰ ਅਗਣੀ, ਅਥਾ ਲਹਿਰ, ਪਾਵਕ ਅੱਗ ਨੂੰ ਕਿਹਾ ਮਹਾਰਾਜ ਜੀ ਕਹਿੰਦੇ ਜਿੱਥੇ ਉਹਨਾਂ ਜਠਰ ਅਗਣੀ ਮਾਂ ਦੇ ਗਰਭ ਵਿੱਚ ਆ, ਉੱਥੇ ਤੂੰ ਸਾਨੂੰ ਭੋਜਨ ਦੇ ਕੇ ਆਪਣਾ ਸਿਮਰਨ ਦੇ ਕੇ ਪਾਲ ਰਿਹਾ ਹੈ। ਅਤੇ ਸਤਿਗੁਰੂ ਹੁਣ ਆ ਸੰਸਾਰ 'ਚ ਆ ਗਏ, ਅਸੀਂ ਜਨਮ ਹੋ ਗਿਆ ਸਾਡਾ, ਅਤੇ ਆਹ ਸੰਸਾਰ ਦੇ ਵਿੱਚ ਜੋ ਇਹ ਵਿਕਾਰਾਂ ਦੇ ਅੱਗ ਦੀਆਂ ਲਪਟਾਂ ਨੇ ਨਾ, ਅਤੇ ਇਹਨਾਂ ਤੋਂ ਵੀ ਹੁਣ ਤੂੰ ਬਚਾਉਣਾ, ਕਿਉਂਕਿ ਸੰਸਾਰ ਵਿੱਚ ਜਦੋਂ ਇਹ ਜਨਮ ਲੈਂਦਾ ਹੈ ਨਾ, ਤਾਂ ਫਿਰ ਇਹਨੂੰ ਮਾਤਾ ਪਿਤਾ ਦਾ ਮੋਹ, ਭੈਣ ਭਰਾਵਾਂ ਦਾ ਮੋਹ, ਭਰਜਾਈਆਂ ਦਾ, ਭਰਾਵਾਂ ਦਾ, ਮਿੱਤਰਾਂ ਦਾ, ਸੰਸਾਰੀ ਮਿੱਤਰਤਾ, ਕਹਿੰਦੇ ਇਸ ਕਰਕੇ ਵਿਕਾਰਾਂ ਦੇ ਵਿੱਚ, ਮਾਇਆ ਦੇ ਮੋਹ ਦੇ ਵਿੱਚ, ਸੰਸਾਰ ਦੇ ਜਾਲ ਵਿੱਚ ਫਸ ਜਾਂਦਾ ਹੈ, ਅਤੇ ਜਿਹਦੇ ਕਰਕੇ ਪਰਮਾਤਮਾ ਤੋਂ ਵਿਸਰ ਜਾਂਦਾ ਹੈ। ਅਤੇ ਮਹਾਰਾਜ ਹੁਣ ਇਹ ਵਿਕਾਰਾਂ ਦੀਆਂ ਲਪਟਾਂ, ਇਹ ਜੋ ਸੰਸਾਰ ਦੇ ਮੋਹ ਮਾਇਆ ਦੀਆਂ ਲਪਟਾਂ ਨੇ, ਇਹਨੇ ਸਾਨੂੰ ਘੇਰ ਲਿਆ। ਹੁਣ ਕਹਿੰਦੇ ਜਿਵੇਂ ਤੁਸੀਂ ਮਾਂ ਦੇ ਗਰਭ ਵਿੱਚ ਸਿਮਰਨ ਦੇ ਕੇ ਸਾਨੂੰ ਬਚਾ ਲਿਆ ਨਾ, ਅਤੇ ਕਿਰਪਾ ਕਰੋ ਇਹ ਜੋ ਇਹ ਸਮੁੰਦ ਅਥਾਹ ਸਾਗਰ ਹੈ ਨਾ ਵਿਕਾਰਾਂ ਦੀ ਅੱਗ ਦਾ, ਮਾਇਆ ਮੋਹ ਦੀ ਅੱਗ ਦਾ, ਤਾਂ ਇੱਥੋਂ ਵੀ ਕਿਰਪਾ ਕਰਕੇ ਸਾਨੂੰ ਤਾਰ ਨਾ ਕਰੋ, ਸਾਨੂੰ ਪਾਰ ਲੰਘਾਓ। ਤਾਰੋ ਤਾਰਨ ਹਾਰੇ, ਮਹਾਰਾਜ ਇੱਥੇ ਵੀ ਸਾਡੀ ਰੱਖਿਆ ਕਰ ਦਿਓ। ਮਾਧੋ ਤੂੰ ਠਾਕੁਰ ਸਿਰ ਮੋਰਾ। ਸਤਿਗੁਰੂ ਜੀ ਐ ਪਰਮਾਤਮਾ ਮਾਇਆ ਦੇ ਪਤੀ ਮਾਧੋ ਨਿਰੰਕਾਰ ਸਤਿਗੁਰੂ, ਇਹ ਸਾਰੀ ਮਾਇਆ ਸ੍ਰਿਸ਼ਟੀ ਸਾਰੀ ਤੇਰੀ ਹੀ ਸਾਜੀ ਹੋਈ ਹੈ, ਅਤੇ ਕਿਰਪਾ ਕਰ ਸਾਡੇ ਸਿਰ 'ਤੇ ਹੱਥ ਰੱਖ, ਆਪਣੀ ਮਿਹਰ ਕਰਕੇ ਸਾਨੂੰ ਬਚਾ ਲੈ, ਸਾਡੀ ਰੱਖਿਆ ਕਰ,
ਤੂੰ ਹੀ ਰੱਖ ਹੈ ਸਾਡਾ, ਹਰ ਥਾਂ ਤੇ ਸਹਾਇਤਾ ਕਰਨ ਵਾਲਾ, ਸਾਡੀ ਰੱਖਿਆ ਕਰਨ ਵਾਲਾ ਤੂੰ ਹੀ, ਸਾਨੂੰ ਤੇਰਾ ਹੀ ਆਸਰਾ ਹੈ। ਤੇ ਮਾਧੋ ਸਾਨੂੰ ਬਚਾਉਣਾ ਕਰ, ਸਾਡੇ ਸਿਰ ਤੇ ਹੱਥ ਰੱਖ। ਈਹਾ ਊਹਾ ਤੁਹਾਰੋ ਤੋਰਾ, ਸਮਰਪਣ ਕਰਦੇ ਨਾ ਜੋ ਬੰਦਾ ਪਰਮਾਤਮਾ ਨੂੰ, ਤਾਂ ਮਹਾਰਾਜ ਕਹਿੰਦੇ ਉਹ ਫਿਰ ਸਮਰਪਣ ਦੇ ਵਿੱਚ ਇਹ ਗੱਲ ਕਰਦਾ ਹੈ, ਮਹਾਰਾਜ ਇੱਥੇ ਵੀ ਆਸਰਾ ਤੇਰਾ ਹੀ ਹੈ, ਜੋ ਜੀਵਨ ਇਹ ਜਨਮ ਦਿੱਤਾ ਹੈ। ਮਹਾਰਾਜ ਕੱਲ੍ਹ ਨੂੰ ਸੰਸਾਰ ਛੱਡ ਕੇ ਚਲੇ ਵੀ ਜਾਵਾਂਗੇ ਨਾ, ਕਿਉਂਕਿ ਜੋ ਜੀ ਸੰਸਾਰ 'ਤੇ ਆਇਆ ਉਹਨੇ ਜਾਣਾ, ਮਰਨ ਲਿਖਾਏ ਮੰਡਲ ਮੇ ਆਏ। ਤੇ ਮਹਾਰਾਜ ਕਹਿੰਦੇ ਇਸ ਕਰਕੇ ਸਤਿਗੁਰੂ ਇੱਥੇ ਵੀ ਤੁਹਾਡਾ ਆਸਰਾ ਇਸ ਲੋਕ ਦੇ ਅੰਦਰ, ਤੇ ਕੱਲ੍ਹ ਨੂੰ ਜੇ ਮਰ ਕੇ ਜਾਣੇ ਵੀ ਉਸ ਪਰਲੋਕ ਦੇ ਅੰਦਰ, ਉਸ ਥਾਂ ਦੇ ਅੰਦਰ ਮਹਾਰਾਜ ਤੇਰਾ ਹੀ ਆਸਰਾ ਹੈ। ਇਸ ਜਹਾਨ ਵੀ ਤੇਰਾ ਆਸਰਾ, ਉਸ ਜਹਾਨ ਵੀ ਤੇਰਾ ਹੀ ਆਸਰਾ ਹੈ, ਸਾਨੂੰ ਤੇਰਾ ਹੀ ਆਸਰਾ, ਤੂੰ ਰੱਖਿਆ ਕਰ। ਕੀਤੇ ਕੋ ਮੇਰਾ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਮਹਾਰਾਜ ਕਹਿੰਦੇ ਇਹ ਮਨੁੱਖ ਆਪਣੀ ਬੁੱਧੀ ਨੂੰ ਸ੍ਰੇਸ਼ਟ ਰੱਖਦਾ ਹੈ, ਦੂਜੇ ਨੂੰ ਨਹੀਂ ਮੰਨਦਾ, ਆਪਣੀ ਬੁੱਧੀ ਨੂੰ ਸ੍ਰੇਸ਼ਟ ਰੱਖਦਾ ਹੈ। ਕਿਉਂ? ਕਹਿੰਦੇ ਜਿਹਨੇ ਕਰਤੇ ਨੂੰ ਵਿਸਾਰ ਦਿੱਤਾ ਤੇ ਕਿਰਤ ਨੂੰ ਅਪਣਾ ਲਿਆ। ਮਹਾਰਾਜ ਕਹਿੰਦੇ ਕੀਤੇ ਕੋ ਸਮਾਨੈ, ਜੋ ਨਿਰੰਕਾਰ ਨੇ ਪਦਾਰਥ ਬਣਾਏ ਨਾ, ਸ੍ਰਿਸ਼ਟੀ ਬਣਾਈ ਹੈ, ਮਾਇਆ ਰਚੀ, ਇਹਨੇ ਇਹਨਾਂ ਪਦਾਰਥਾਂ ਨੂੰ, ਮਾਇਆ ਨੂੰ, ਸ੍ਰਿਸ਼ਟੀ ਨੂੰ ਸੁਮੇਰ ਪਰਬਤ ਵਾ ਮਹਾਰਾਜ ਕਹਿੰਦੇ ਵੱਡਾ ਕਰਕੇ ਜਾਣ ਲਵੇ। ਜੋ ਕੁਝ ਹੈ ਸਾਰਾ ਕੁਝ ਮਾਇਆ ਹੀ ਹੈ, ਸੰਸਾਰ ਹੀ ਹੈ, ਪਦਾਰਥ ਹੀ ਹੈ, ਰਿਸ਼ਤੇ ਹੀ ਹੈ। ਕਾਰਨਹਾਰ ਤ੍ਰਿਣ ਜਾਣੈ, ਪਰ ਕਹਿੰਦੇ ਜੋ ਕਾਰਨ ਵਾਲਾ, ਜੋ ਬਣਾਉਣ ਵਾਲਾ ਸਾਰਾ ਕੁਝ, ਜਿਹਨੇ ਸਾਰਾ ਕੁਝ ਪੈਦਾ ਕੀਤਾ, ਪਰਮਾਤਮਾ ਪਰਮੇਸ਼ਰ ਵਾਹਿਗੁਰੂ, ਉਹਨੂੰ ਕਹਿੰਦੇ ਘਾਹ ਦੇ ਤਿਨਕੇ ਵਾਂਗ ਤੁੱਛ ਕਰਕੇ ਜਾਣਦਾ। ਸਾਰਾ ਕੁਝ ਪਦਾਰਥ ਹੀ ਸਮਝ ਲਿਆ ਇਹਨੇ ਵੀ ਪਰਮਾਤਮਾ ਤਾਂ ਕੋਈ ਚੀਜ਼ ਹੈ ਹੀ ਨਹੀਂ। ਕਿਉਂਕਿ ਬਾਣੀ ਕਹਿੰਦੀ ਆ ਨਾ, ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਆ ਨਾ ਵੀ ਜੋ ਗੱਲ ਆਪਾਂ ਸਾਰੇ ਕਹਿੰਦੇ ਵੀ ਸੰਸਾਰ ਦੇ ਹਰ ਥਾਂ 'ਤੇ ਪਰਮਾਤਮਾ ਵਿਆਪਕ ਹੈ, ਹਰ ਥਾਂ 'ਤੇ ਸਤਿਗੁਰੂ ਮੌਜੂਦ ਹੈ, ਪਰ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਦੋ ਥਾਵਾਂ 'ਤੇ ਨਹੀਂ ਹੈਗਾ। ਹਰ ਥਾਂ 'ਤੇ ਠੀਕ ਹੈ ਪਰਮਾਤਮਾ ਵਿਆਪਕ ਹੈ, ਪਰ ਦੋ ਸਥਾਨ ਐਸੇ ਆ ਜਿੱਥੇ ਨਹੀਂ ਪਰਮਾਤਮਾ ਵਿਆਪਕ। ਤਾਂ ਸ਼ੰਕੇ ਵਾਲੀ ਗੱਲ ਹੈ ਵੀ ਗੁਰੂ ਤੇਗ ਬਹਾਦਰ ਕਿੱਥੇ ਨਹੀਂ ਹੈਗਾ, ਹਰ ਥਾਂ 'ਤੇ ਤਾਂ ਕਹਿੰਦੇ ਵੀ ਘੱਟ ਘੱਟ ਮੈਂ ਹਰਜੂ ਵਸ ਹੈ, ਜਰੇ ਜਰੇ ਵਿੱਚ ਪਰਮਾਤਮਾ ਦਾ ਵਾਸ ਹੈ। ਮਹਾਰਾਜ ਕਹਿੰਦੇ ਇੱਕ ਤਾਂ ਬੰਦੇ ਦੀ ਸਮਝ ਦੇ ਵਿੱਚ ਪਰਮਾਤਮਾ ਨਹੀਂ ਹੈ, ਕਿਉਂਕਿ ਜਦ ਤੱਕ ਕਿਸੇ ਬੰਦੇ ਨੂੰ ਕੋਈ ਸਮਝ ਨਾ ਹੋਵੇ ਕਿਸੇ ਪਦਾਰਥ ਬਾਰੇ, ਕਿਸੇ ਚੀਜ਼ ਬਾਰੇ, ਕਿਸੇ ਬੰਦੇ ਬਾਰੇ, ਤਾਂ ਉਹਨੂੰ ਉਹ ਜਾਣਦਾ ਨਹੀਂ। ਤਾਂ ਇਸ ਕਰਕੇ ਕਹਿੰਦਾ ਪਹਿਲਾਂ ਤਾਂ ਪਰਮਾਤਮਾ ਦੇ ਜੋ ਯਾਦ ਹੈ ਬੰਦੇ ਦੀ ਸਮਝ ਦੇ ਵਿੱਚ ਨਹੀਂ, ਦੂਜਾ ਪਰਮਾਤਮਾ ਬੰਦੇ ਦੇ ਯਾਦ ਨਹੀਂ, ਚੇਤੇ ਦੇ ਵਿੱਚ ਨਹੀਂ ਹੈ। ਜੋ ਕਿ ਜੇ ਕਿਸੇ ਨੂੰ ਕੋਈ ਚੇਤਾ ਹੋਊਗਾ ਨਾ, ਪਰਮਾਤਮਾ ਯਾਦ ਦੇ ਵਿੱਚ ਹੋਊ, ਸਿਮਰਤੀ ਦੇ ਵਿੱਚ ਹੋਊ, ਚੇਤੇ ਦੇ ਵਿੱਚ ਹੋਊ, ਤੇ ਤਾਂ ਹੀ ਸਿਮਰਨ ਕਰੂ, ਤਾਂ ਹੀ ਇਰਾਦੂ, ਤਾਂ ਹੀ ਯਾਦ ਕਰੂ। ਤੇ ਜੇ ਯਾਦ ਹੀ ਨਹੀਂ, ਚੇਤੇ ਦੇ ਵਿੱਚ ਹੈ ਹੀ ਨਹੀਂ, ਤਾਂ ਉਹਨੂੰ ਯਾਦ ਕੀ ਕਰਨ। ਕੋਈ ਚੀਜ਼ ਆਪਾਂ ਲੈਣ ਜਾਂਦੇ ਨਾ, ਜਾਂ ਕਿ ਉਹਨੂੰ ਮਿਲਣਾ ਹੋਵੇ, ਤੇ ਆਪਾਂ ਕਹਿੰਦੇ ਆ ਮੈਂ ਤਾਂ ਜੀ ਲੰਘਿਆ ਆ, ਮੇਰਾ ਚੇਤਾ ਭੁੱਲ ਗਿਆ, ਮੈਨੂੰ ਤਾਂ ਯਾਦ ਹੀ ਨਹੀਂ ਰਿਹਾ। ਤਾਂ ਇਹ ਗੱਲ ਫਿਰ ਮਹਾਰਾਜ ਕਹਿੰਦੇ ਵੱਡੀ ਹੈ ਨਾ, ਵੀ ਜੋ ਗੱਲ ਚੇਤੇ 'ਚ ਆ ਉਹ ਹੀ ਸਾਕਾਰ ਹੈ, ਉਹ ਹੀ ਹੋ ਸਕਦੀ ਹੈ। ਜੋ ਚੇਤੇ 'ਚ ਹੀ ਨਹੀਂ, ਉਹ ਸਮਝ ਤੋਂ ਪਾਰ ਹੈ। ਜੋ ਚੇਤੇ 'ਚ ਆਊ ਤਾਂ ਸਮਝ ਆਊ, ਜੇ ਸਮਝ ਹੀ ਹੈ ਚੇਤੇ 'ਚ ਹੀ ਹੈ ਨਹੀਂ ਤਾਂ ਸਮਝ ਵੀ ਨਹੀਂ ਆਉਣੀ। ਤਾਂ ਇਸ ਕਰਕੇ ਕਹਿੰਦੇ ਮਹਾਰਾਜ ਕਹਿੰਦੇ ਅਕਾਲ ਪੁਰਖ ਬੰਦੇ ਦੇ ਨਾ ਸਮਝ ਦੇ ਵਿੱਚ ਹੈ, ਨਾ ਚੇਤੇ ਦੇ ਵਿੱਚ ਹੈ। ਆਮ ਕਈ ਵਾਰੀ ਆਪਾਂ ਕਿਸੇ ਨੂੰ ਫੋਨ ਲਗਾਉਂਦੇ ਹਾਂ ਨਾ, ਟੈਲੀਫੋਨ ਕਰਦੇ ਹਾਂ, ਤਾਂ ਆਪਾਂ ਕਹਿੰਦੇ ਤੂੰ ਤਾਂ ਯਾਦ ਹੀ ਨਹੀਂ ਕਰਦਾ, ਜਾਂ ਤੂੰ ਯਾਰ ਫੋਨ ਹੀ ਨਹੀਂ ਲਾਇਆ ਇੰਨਾ ਸਮਾਂ। ਉਹ ਕਹਿੰਦਾ ਯਾਦ ਤਾਂ ਤੈਨੂੰ ਤਾਂ ਕਰੀਏ ਨਾ ਜੇ ਭੁੱਲੇ ਹੋਈਏ, ਤੂੰ ਹਰ ਵੇਲੇ ਚੇਤੇ ਹੀ ਆ, ਤੇਰੇ ਮੈਸੇਜ ਵੇਖ ਲੈਂਦੇ ਆ, ਤੈਨੂੰ ਮੋਬਾਇਲ 'ਤੇ ਵੇਖ ਲੈਂਦੇ ਆ, ਤੇਰੀਆਂ ਪੋਸਟਾਂ ਵੇਖ ਲੈਂਦੇ ਆ, ਜਾਂ ਤੇਰੀਆਂ ਊਂ ਯਾਦਾਂ ਚੇਤੇ ਕਰ ਲਈਦੀਆਂ। ਠੀਕ ਆ ਵੀ ਚਲੋ ਕੰਮ ਕਾਜ ਹੈ, ਸੰਸਾਰੀ ਤੌਰ 'ਤੇ ਸਾਡੇ ਤੋਂ ਫੋਨ ਨਹੀਂ ਲੱਗਦਾ, ਬਿਜੀ ਹੁੰਦੇ ਜ਼ਿੰਦਗੀ 'ਚ, ਪਰ ਜਦੋਂ ਸਮਾਂ ਲੱਗਦਾ ਤੈਨੂੰ ਯਾਦ ਜ਼ਰੂਰ ਕਰੀਦਾ। ਤਾਂ ਮਹਾਰਾਜ ਕਹਿੰਦੇ ਇਸ ਕਰਕੇ ਨਿਰੰਕਾਰ ਪਿਤਾ ਉਹ ਇਨਸਾਨਾਂ ਦੀ ਯਾਦ ਵਿੱਚ ਨਹੀਂ ਹੈ, ਨਾ ਸਮਝ ਦੇ ਵਿੱਚ ਹੈ। ਇਸ ਕਰਕੇ ਉਹਨੇ ਤੁੱਛ ਕਰਕੇ ਜਾਣ ਲਿਆ, ਕਿਉਂ ਯਾਦ ਤਾਂ ਨਹੀਂ ਨਾ ਕਰਦਾ, ਉਹਨੂੰ ਤੁੱਛ ਕਰ ਲਿਆ, ਉਹਨੂੰ ਛੋਟਾ ਕਰਕੇ ਜਾਣ ਲਿਆ ਵੀ ਇਹ ਤਾਂ ਛੋਟਾ ਹੀ ਹੈ, ਇਹਨੂੰ ਯਾਦ ਕੀ ਕਰਨਾ। ਪਿਤਾ ਵੱਡਾ ਹੈ, ਮਾਤਾ ਵੱਡੀ ਹੈ, ਸੰਸਾਰ ਵੱਡਾ ਹੈ, ਮਾਇਆ ਵੱਡੀ ਹੈ, ਦੋਸਤ ਮਿੱਤਰ ਵੱਡੇ ਹੈ, ਪਦਾਰਥ ਵੱਡੇ ਹੈ, ਉਹ ਯਾਦ ਕਰਦਾ ਹਰ ਵੇਲੇ। ਤੇ ਮਹਾਰਾਜ ਕਹਿੰਦੇ ਨਿਰੰਕਾਰ ਵੇਲੇ ਕਹਿੰਦਾ ਨਹੀਂ ਚਲੋ ਸਮਾਂ ਹੀ ਹੈ ਨਹੀਂ, ਹਜੇ ਤਾਂ ਟਾਈਮ ਹੀ ਹੈ ਨਹੀਂ ਸਾਡੇ ਕੋਲੇ,
ਇਹ ਤਾਂ ਬਿਜੀ ਆ। ਤਾਂ ਇਹਨੇ ਤੁੱਛ ਕਰਕੇ ਜਾਣ ਲਿਆ ਪਰਮਾਤਮਾ। ਜੋ ਉਹਦੀ ਕੀਤੀ ਹੋਈ ਕੀਰਤੀ ਹੈ ਉਹਨੂੰ ਵੱਡਾ ਕਰਕੇ ਜਾਣ ਲਿਆ। ਜਿਵੇਂ ਮਾਤਾ ਪਿਤਾ ਬੱਚੇ ਨੂੰ ਖਿਡੌਣੇ ਲੈ ਦੇਣ, ਕੋਈ ਖੇਡ ਲੈਤੀ ਤੇ ਬੱਚਾ ਹੁਣ ਉਹ 'ਚ ਹੀ ਮਸਤ ਹੋ ਜਾਵੇ ਵੀ ਜੋ ਕੁਝ ਹੈ ਖਿਡੌਣਾ ਹੀ ਹੈ, ਮਾਤਾ ਪਿਤਾ ਦੀ ਗੱਲ ਹੀ ਨਾ ਸੁਣੇ, ਉਹਨਾਂ ਨੂੰ ਜਾਣ ਹੀ ਨਾ, ਤਾਂ ਉਹਨੇ ਫਿਰ ਖਿਡੌਣੇ ਨੂੰ ਵੱਡਾ ਕਰਕੇ ਜਾਣ ਲਿਆ। ਜਿਨ੍ਹਾਂ ਨੇ ਲੈ ਕੇ ਦਿੱਤਾ ਮਾਤਾ ਪਿਤਾ ਨੇ ਉਹਨੂੰ ਤਾਂ ਨਹੀਂ ਜਾਣਿਆ। ਤਾਂ ਮਹਾਰਾਜ ਕਹਿੰਦੇ ਉਸ ਕਰਕੇ ਇਸ ਬੰਦੇ ਨੇ, ਇਸ ਇਨਸਾਨ ਨੇ ਜੋ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਸੀ, ਇਹ ਪਦਾਰਥ, ਇਹ ਪਹਾੜ, ਇਹ ਕੁਦਰਤ, ਇਹ ਜੋ ਮਾਇਆ ਦਾ ਸਾਰਾ ਖੇਡ ਸੀ, ਇਹ ਸਮੇਰ ਪਰਬਤ ਬਣਾ ਲਿਆ। ਜੋ ਕੁਝ ਹੈ ਸਾਰਾ ਕੁਝ ਇਹ ਮਾਇਆ ਪਦਾਰਥ ਹੀ ਹੈ, ਸੰਸਾਰ ਹੀ ਹੈ। ਤੇ ਕਰਨਹਾਰ ਤਨ ਜਾਣੈ, ਜੋ ਕਰਨ ਵਾਲਾ ਪਰਮਾਤਮਾ ਵਾਹਿਗੁਰੂ ਸੀਗਾ, ਕਹਿੰਦੇ ਉਹਨੂੰ ਘਾਹ ਦੇ ਤਿਣਕੇ ਵਾਂਗ ਤੁੱਛ ਕਰਕੇ ਜਾਣਦਾ, ਤੀਲੇ ਦੇ ਸਮਾਨ ਹੀ ਸਮਝਦਾ। ਤੂੰ ਦਾਤਾ ਮੰਗਣ ਕੋ ਸਗਲੇ ਦਾਨ ਦੇ, ਪ੍ਰਭ ਭਾਨੈ। ਤਾਂ ਮਹਾਰਾਜ ਅੱਗੇ ਜੋ ਬਖਾਨ ਕਰ ਰਹੇ ਹੈ ਕਿ ਸਤਿਗੁਰੂ ਤੂੰ ਵੈਸੇ ਤਾਂ ਸਾਰਿਆਂ ਜੀਵਾਂ ਨੂੰ ਦਾਨ ਦੇਣ ਵਾਲਾ ਹੈ, ਬਿਨਾਂ ਮੰਗਣ ਤੋਂ ਹੀ ਦੇਣਾ। ਕਿਉਂਕਿ ਜੋ ਪਦਾਰਥ ਉਹਨੂੰ ਪਤਾ ਹੈ ਨਾ ਕਿ ਉਹ ਮਾਤਾ ਪਿਤਾ ਹੈ ਸੰਸਾਰ ਦਾ, ਵੀ ਮਾਂ ਨੂੰ ਪਤਾ ਹੈ ਨਾ ਵੀ ਇਹਨੂੰ ਹੁਣ ਭੁੱਖ ਲੱਗੀ ਹੈ ਤੇ ਇਹਨੇ ਦੁੱਧ ਪੀਣਾ, ਫਿਰ ਰੋ ਰਿਹਾ ਇਹਨੂੰ ਭੁੱਖ ਲੱਗੀ ਹੈ। ਇਹ ਜੇ ਖੇਡ ਰਿਹਾ ਜਾਂ ਬੱਚਾ ਆਪਣੇ ਕੋਈ ਚੀਜ਼ ਲੈਣੀ ਹੋਵੇ ਨਾ, ਆਪਣੇ ਕੋਲ ਲਾਡ ਕਰਦਾ, ਪਿਆਰ ਕਰਦਾ, ਤੇ ਆਪਾਂ ਕਹਿੰਦੇ ਵੀ ਜਾ ਤੂੰ ਲਾਡੀਆਂ ਨਾ ਕਰ ਜਾਂ ਆਹ ਨਾ ਕਰ, ਦੱਸ ਤੇ ਲੈਣਾ ਕੀ ਹੈ, ਕੀ ਚਾਹੀਦਾ ਤੈਨੂੰ, ਪੈਸੇ ਚਾਹੀਦੇ ਆ, ਗਾਂ ਕੋਈ ਚੀਜ਼ ਲੈ ਕੇ ਉਹਨੇ ਦੱਸ ਕੀ ਚਾਹੀਦਾ, ਅੰਦਾਜ਼ਾ ਲਾ ਲੈਂਦਾ ਮਾਤਾ ਪਿਤਾ। ਤੇ ਕਹਿੰਦੇ ਉਸੇ ਤਰ੍ਹਾਂ ਨਿਰੰਕਾਰ ਪਿਤਾ ਨੂੰ ਵੀ ਪਤਾ ਹੈ, ਤੂੰ ਦਾਤਾ ਮੰਗਣ ਕੋ ਦਾਨ ਸਗਲੀ ਦੇ। ਮਹਾਰਾਜ ਤੂੰ ਸਾਰੀਆਂ ਦਾਤਾਂ ਦੇਣ ਵਾਲਾ ਹੈ, ਤੇ ਸਾਰੀ ਲੋਕਾਈ ਨੂੰ ਤੇਰੇ ਦਰ ਤੋਂ ਹੀ ਮਹਾਰਾਜ ਕਹਿੰਦੇ ਦਾਨ ਮਿਲ ਰਿਹਾ ਹੈ। ਜੋ ਵੀ ਸਾਡੇ ਕੋਲ ਧਨ ਪਦਾਰਥ, ਐਸ਼ੋ ਆਰਾਮ, ਇਹ ਕੋਠੀਆਂ ਕਾਰਾਂ ਬੰਗਲੇ, ਇਹ ਜੋ ਹੈ ਮਹਾਰਾਜ ਕਹਿੰਦੇ ਸਾਰਾ ਕੁਝ ਸਤਿਗੁਰੂ ਤੇਰੀਆਂ ਹੀ ਦਾਤਾਂ ਨੇ, ਤੇਰੀਆਂ ਹੀ ਦਾਤਾਂ ਦਿੱਤੀਆਂ ਹੋਈਆਂ ਨੇ, ਤੇ ਤੂੰ ਆਪਣੀ ਰਜਾ ਦੇ ਵਿੱਚ ਹੀ ਸਾਰਿਆਂ ਨੂੰ ਦਾਨ ਦੇ ਰਿਹਾ। ਰਜਾ ਦੇ ਅੰਦਰ ਹੀ ਆਪਣੀ ਮਰਜ਼ੀ ਦੇ ਨਾਲ ਸਾਰਿਆਂ ਨੂੰ ਦਾਨ ਦੇ ਰਿਹਾ ਹੈ, ਆਪਣੀ ਮਰਜ਼ੀ ਦੇ ਨਾਲ। ਕਰਤੇ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ। ਮਹਾਰਾਜ ਕਹਿੰਦੇ ਜਦੋਂ ਕੋਈ ਪਾਤਰਤਾ ਨਾ, ਕੋਈ ਬਾਰ ਦੇ ਕੋਲ ਆਪਣੇ ਬਾਹਰ ਕੋਈ ਮੰਗਣ ਵਾਲਾ, ਕੋਈ ਮੰਗਤਾ, ਕੋਈ ਫਕੀਰ ਕੋਈ ਆ ਜੇ, ਤਾਂ ਆਪਣੀ ਮਰਜ਼ੀ ਦੇ ਨਾਲ ਆਪਾਂ ਨੂੰ ਦਾਨ ਪਾਉਂਦੇ ਆ ਨਾ ਘਰੋਂ। ਕੋਈ ਆਟਾ ਪਾਤਾ, ਕੋਈ ਦਾਣੇ ਪਾਤੇ, ਕੋਈ ਪਲੇਟ ਭਰ ਕੇ ਪਾਤੀ, ਕੋਈ ਵੱਡਾ ਕਰਤਾ ਭਾਂਡਾ। ਕਈ ਵਾਰ ਕੋਈ ਗੁਰੂ ਘਰ ਵਾਸਤੇ ਮੰਗਣ ਆ ਜਾਂਦੇ ਆ, ਜਾਂ ਹਜ਼ੂਰ ਸਾਹਿਬ ਦੇ ਲੰਗਰਾਂ ਵਾਸਤੇ, ਜਾਂ ਕੋਈ ਸੇਵਾ ਕਿਤੇ ਚੱਲ ਰਹੀ ਹੈ, ਤਾਂ ਉੱਥੇ ਆਪਾਂ ਵੱਧ ਵੀ ਦਾਨ ਕਰ ਦਿੰਦੇ ਹਾਂ, ਉੱਥੇ ਬੋਰੀ ਆਟੇ ਦੀ ਵੀ ਜਾਂ ਕਣਕ ਦੀ ਦੇ ਦਿੰਦੇ ਹਾਂ। ਤਾਂ ਮਹਾਰਾਜ ਕਹਿੰਦੇ ਉਸੇ ਤਰ੍ਹਾਂ ਪਰ ਪਾਤਰਤਾ ਰੱਖਣੀ ਪਵੇਗੀ। ਮਹਾਰਾਜ ਜੋ ਜਿੰਨੀ ਪਾਤਰਤਾ ਰੱਖਦਾ, ਜਿੰਨਾ ਕੋਈ ਭਾਂਡਾ ਲੈ ਕੇ ਆਇਆ ਨਾ, ਜੇ ਕਿਸੇ ਨੇ ਬੋਰੀ ਕੀਤੀ ਹੈ ਤਾਂ ਬੋਰੀ ਅਨਾਜ ਮਿਲਣਾ, ਜੇ ਕਿਸੇ ਨੇ ਕੌਲੀ ਪਲੇਟ ਕੀਤੀ ਤਾਂ ਕੌਲੀ ਪਲੇਟ ਹੀ ਮਿਲਣਾ। ਤੇ ਮਹਾਰਾਜ ਕਹਿੰਦੇ ਜਿੰਨੀ ਕੋਈ ਮਹਾਰਾਜ ਤੇਰੇ ਦਰ ਤੇ ਪਾਤਰਤਾ ਰੱਖਦਾ, ਸੇਵਾ ਸਿਮਨ ਰੱਖਦਾ, ਵੀ ਹਾਂ ਇਤਨਾ ਕਿ ਅਧਿਕਾਰੀ ਹੈ, ਤੂੰ ਪਾਤਰਤਾ ਵੇਖ ਕੇ ਉਹਨੂੰ ਦਾਨ ਦੇਣਾ ਹੈ। ਸਾਰਿਆਂ ਨੂੰ ਦਾਨ ਤਾਂ ਤੂੰ ਦੇ ਹੀ ਰਿਹਾ, ਪਰ ਪਾਤਰਤਾ ਦੇਖ ਕੇ ਦਾਨ ਮਿਲਦਾ ਹੈ ਵੀ ਕਿਤਨਾ ਕੁ ਭਾਂਡਾ ਤੇਰੇ ਕੋਲ ਵੱਡਾ ਹੈ। ਜਿਵੇਂ ਕਿਹਾ ਜਾਂਦਾ ਨਾ, ਸ਼ੇਰਨੀ ਦਾ ਦੁੱਧ ਨਾ ਜਿਹੜਾ, ਉਹ ਵਿਦਵਾਨ ਕਹਿੰਦੇ ਆ, ਕਿਉਂਕਿ ਚਲੋ ਆਪਾਂ ਤਾਂ ਹੁਣ ਸੁਣਿਆ ਹੀ ਆ, ਪੜ੍ਹਿਆ ਹੀ ਆ, ਦੇਖਿਆ ਤਾਂ ਹੈ ਨਹੀਂ। ਤਾਂ ਵਿਦਵਾਨਾਂ ਦਾ ਕਥਨ ਇਹ ਆ ਵੀ ਆਮ ਸਿਆਣੇ ਬਜ਼ੁਰਗਾਂ ਨੂੰ ਵੀ ਗੱਲ ਦਾ ਪਤਾ ਹੋ ਵੀ ਸ਼ੇਰਨੀ ਦਾ ਦੁੱਧ ਕਹਿੰਦੇ ਸੋਨੇ ਦੇ ਭਾਂਡੇ 'ਚ ਟਿਕਦਾ, ਜੇ ਹੋਰ ਭਾਂਡਾ ਲਈਏ ਤਾਂ ਉਹ ਫਟ ਜਾਂਦਾ, ਖਰਾਬ ਹੋ ਜਾਂਦਾ ਤੁਰੰਤ ਹੀ। ਅਤੇ ਉਹਨੂੰ ਮਹਾਰਾਜ ਕਹਿੰਦੇ ਪਹਿਲਾਂ ਤਾਂ ਹੁਣ ਉਦਮ ਚਾਹੀਦਾ ਵੀ ਭਾਂਡਾ ਸੋਨੇ ਦਾ, ਅਤੇ ਦੂਜਾ ਫਿਰ ਹੁਣ ਇੰਨੀ ਕੋਈ ਹਿੰਮਤ ਕਰੇ ਵੀ ਸ਼ੇਰਨੀ ਦਾ ਦੁੱਧ ਕੋਈ ਚੋ ਸਕੇ। ਦੁੱਧ ਚੋ ਲਿਆ ਤਾਂ ਭਾਂਡਾ ਸੋਨੇ ਦਾ ਚਾਹੀਦਾ। ਤਾਂ ਦੋਹੇ ਬਰਕਤਾਂ ਚਾਹੀਦੀਆਂ, ਤਾਂ ਉਹ ਦੁੱਧ ਟਿਕੇਗਾ, ਤਾਂ ਬਚੇਗਾ। ਪਾਤਰਤਾ ਜ਼ਰੂਰੀ ਆ ਨਾ। ਤਾਂ ਮਹਾਰਾਜ ਕਹਿੰਦੇ ਇਸ ਕਰਕੇ ਸਤਿਗੁਰੂ ਤੂੰ ਦਾਨ ਤਾਂ ਦੇ ਰਿਹਾ, ਆਧਾਰ ਤਾਂ ਬਣਾ ਤਾ, ਪਰ ਜਿੰਨੀ ਕੁ ਸਾਡੀ ਪਾਤਰਤਾ ਤੂੰ ਉਹਦੇ ਮੁਤਾਬਕ ਸਾਨੂੰ ਦਾਨ ਦਿੰਦਾ ਹੈ। ਖਿਨ ਮੈਂ ਅਵਰ ਖਿਨੇ ਮੈਂ ਅਵਰਾ, ਆਚਾਰਜ ਚਲਤ ਤੁਮਾਰੇ। ਸਤਿਗੁਰੂ ਜੋ ਤੇਰੇ ਇਹ ਭਾਦੋਂ ਵਰਗੇ ਕੌਤਕ ਆ ਨਾ, ਭਾ ਕੇ ਦੋ ਭਾ। ਹੁਣ ਕਹਿੰਦੇ ਨਾ ਕਿਤੇ ਇੱਥੇ ਮੀਂਹ ਪੈ ਗਿਆ, 2 ਕਦਮ ਹਟ ਕੇ ਵੱਟ ਛੱਡ ਕੇ ਉੱਥੇ ਧੁੱਪ ਨਿਕਲੀ ਜਾਂ ਸ਼ਾਮ ਆ, ਇੱਥੇ ਵਰਖਾ ਹੋ ਰਹੀ ਹੈ, 2 ਭਾਤਾਂ। ਅਤੇ ਇਨਸਾਨ ਵੀ ਕਈ ਇਸੇ ਤਰ੍ਹਾਂ ਦੇ ਹੁੰਦੇ ਵੀ ਪਲ ਦੇ ਵਿੱਚ ਤਾਂ ਬਤੇ ਬਹੁਤ ਪ੍ਰਸੰਨ ਖੁਸ਼ ਆ, ਚੰਗਾ ਸੁਭਾਅ, ਅਤੇ ਪਲ ਦੇ ਵਿੱਚ ਹੀ ਇਤਨੇ ਗੁੱਸੇ, ਇਤਨੇ ਨਾਰਾਜ਼ ਹੋ ਜਾਂਦੇ ਆ।
ਤੇ ਮਹਾਰਾਜ ਵੀ ਕਹਿੰਦੇ ਸਤਿਗੁਰੂ ਤੂੰ ਵੀ ਦੋ ਤਰ੍ਹਾਂ ਦਾ ਹੀ ਹੈ। ਖਿੰਡ ਦੇ ਵਿੱਚ ਤੂੰ ਇਹ ਸਾਰੇ ਸੰਸਾਰ ਨੂੰ ਉਹ ਪਤ ਭਾਵ ਕੇ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ, ਤੇ ਖਿੰਡ ਦੇ ਵਿੱਚ ਇਹਦੀ ਤੂੰ ਪਰਲੋ ਵੀ ਕਰ ਸਕਦਾ ਹੈ, ਸਾਰਿਆਂ ਨੂੰ ਨਾਸ਼ ਵੀ ਕਰ ਸਕਦਾ ਹੈ। ਖਿੰਡ ਦੇ ਵਿੱਚ ਹੀ ਤੂੰ ਮਹਾਰਾਜ ਧੁੱਪ ਕਰ ਸਕਦਾ ਹੈ, ਖਿੰਡ ਦੇ ਵਿੱਚ ਛਾਂ ਵੀ ਕਰ ਸਕਦਾ ਹੈ। ਖਿੰਡ ਦੇ ਅੰਦਰ ਤੂੰ ਇੱਥੇ ਔਕੜ ਵੀ ਲਿਆ ਸਕਦਾ ਹੈ। ਖਿੰਡ ਦੇ ਅੰਦਰ ਮਹਾਰਾਜ ਤੂੰ ਇੱਥੇ ਬਰਖਾ ਹੜ੍ਹ ਭੁਚਾਲ ਵੀ ਲਿਆ ਸਕਦਾ ਹੈ। ਸਤਿਗੁਰੂ ਜੇ ਤੇਰੇ ਅਚਰਜ ਖੇਡ ਨੇ ਨਾ, ਹੈਰਾਨੀ ਜਨ ਕੇ ਕੌਤਕ ਨੇ, ਬਹੁਤ ਹੈਰਾਨ ਕਰਨ ਵਾਲੇ ਨੇ। ਇਹ ਛਿੰਨ ਦੇ ਅੰਦਰ ਤੂੰ ਕੁਝ ਦਾ ਕੁਝ ਬਣਾ ਦਿੰਦਾ। ਅਚਰਜ ਚਲਤ ਤੁਮਾਰੇ ਬਹੁਤ ਹੈਰਾਨੀਜਨਕ ਖੇਡ ਹੈ ਸਤਿਗੁਰੂ, ਜੋ ਤੂੰ ਪਲ ਦੇ ਅੰਦਰ ਕੁਝ ਦਾ ਕੁਝ ਕਰ ਦਿੰਦਾ ਹੈ। ਰੂੜੋ ਗੂੜੋ ਗਹਿਰ ਗੰਭੀਰ ਉੱਚੋ ਆਗਮ ਅਪਾਰੇ। ਸਤਿਗੁਰੂ ਜੀ ਤੁਸੀਂ ਤਾਂ ਅਪਹੁੰਚ ਹੋ, ਬੇਅੰਤ ਹੋ, ਸਭ ਤੋਂ ਉੱਚੇ ਹੋ, ਸੋਹਣੇ ਹੋ, ਤੇ ਸਭ ਤੋਂ ਵੱਡੇ ਜਿਗਰ ਵਾਲੇ ਹੋ। ਤੇ ਸਾਰੇ ਸੰਸਾਰੀਆਂ ਨੂੰ ਮਹਾਰਾਜ ਕਹਿੰਦੇ ਸਾਰੇ ਸੰਸਾਰ ਵਿੱਚ ਉੱਚੋ ਆਗਮ ਅਪਾਰੇ, ਸਾਰਿਆਂ ਦੇ ਅੰਦਰ ਗੁਪਤ ਹੋ ਕੇ ਵਰਤ ਵੀ ਰਹੇ ਹੋ। ਨਿਰੰਕਾਰ ਜੀ ਦੱਸ ਰਹੇ ਆ ਨਾ ਕਿ ਮਹਾਰਾਜ ਤੁਸੀਂ ਜੋ ਇਹ ਸਭ ਤੋਂ ਵੱਡਾ ਜਿਗਰਾ ਹੈ ਨਾ, ਕਿਸੇ ਨਾਲ ਲੜਾਈ ਹੋ ਗਈ, ਝਗੜਾ ਹੋ ਗਿਆ ਸੰਸਾਰੀ ਤੌਰ 'ਤੇ ਆਪਾਂ ਕਹਿੰਦੇ ਆਪਾਂ ਬੁਲਾਉਣਾ ਹੀ ਨਹੀਂ। ਕਈ ਵਾਰ ਇੱਥੋਂ ਤੱਕ ਵੀ ਕਹਿੰਦੇ ਵੀ ਆਪਾਂ ਤਾਂ ਰੋਟੀ ਵੀ ਨਹੀਂ ਦੇਣੀ ਗੀ, ਆਪੇ ਜਿੱਥੋਂ ਮਰਜ਼ੀ ਖਾਵੇ। ਪਰ ਉਹਦਾ ਜਿਗਰਾ ਕਿਤਨਾ ਵੱਡਾ ਹੈ, ਕੋਈ ਉਹਦੀ ਸਿਮਰਨ ਕਰ ਰਿਹਾ ਜਾਂ ਨਹੀਂ ਕਰ ਰਿਹਾ, ਬੰਦਗੀ ਕਰ ਰਿਹਾ ਜਾਂ ਨਹੀਂ ਕਰ ਰਿਹਾ, ਭਾਵੇਂ ਗਾਲਾਂ ਵੀ ਕੱਢ ਰਿਹਾ, ਪਰ ਮਹਾਰਾਜ ਕਹਿੰਦੇ ਜਿਹਨੂੰ ਮੈਂ ਪੈਦਾ ਕੀਤਾ ਉਹਨੂੰ ਭੋਜਨ ਦੇਣ ਨਹੀਂ ਉਹ ਭੁਲਾਉਂਦਾ, ਕਿਉਂਕਿ ਉਹਨੇ ਪੈਦਾ ਕੀਤਾ। ਉਹ ਸਭ ਤੋਂ ਵੱਡਾ ਜਿਗਰਾ ਨਿਰੰਕਾਰ ਦਾ ਹੈ, ਜੋ ਉਹਦਾ ਨਿਰਾਦਰ ਵੀ ਕਰੇ ਨਾ, ਕੋ ਬੋਲ ਕਬੋਲ ਵੀ ਬੋਲ ਦੇਵੇ ਤਾਂ ਨਿਰੰਕਾਰ ਉਹਨੂੰ ਭੋਜਨ ਦੇਣਾ, ਉਹਦੀ ਪਾਲਣਾ ਪੋਸ਼ਣਾ ਕਰਨ, ਰੱਖਿਆ ਕਰਨਾ ਨਹੀਂ ਛੱਡਦਾ। ਤਾਂ ਉਹ ਕਹਿੰਦੇ ਨਿਰੰਕਾਰ ਇਸ ਕਰਕੇ ਤੁਹਾਡਾ ਸਭ ਤੋਂ ਵੱਡਾ ਜਿਗਰਾ ਹੈ, ਵੱਡਾ ਸਫਰ ਹੈ। ਤੁਸੀਂ ਸਭ ਤੋਂ ਸੋਹਣੇ ਹੋ, ਸਭ ਤੋਂ ਉੱਚੇ ਹੋ, ਬੇਅੰਤ ਹੋ, ਅਪਹੁੰਚ ਹੋ। ਤੇ ਸਤਿਗੁਰੂ ਸਾਰੇ ਸੰਸਾਰ ਦੇ ਵਿੱਚ ਮਹਾਰਾਜ ਕਹਿੰਦੇ ਨਾ, ਜਾਪ ਸਾਹਿਬ ਪੜ੍ਹਿਆ ਆਪਾਂ ਅੰਮ੍ਰਿਤ ਵੇਲੇ, ਏਕ ਹੈ ਅਨੇਕ ਹੈ। ਮਹਾਰਾਜ ਇੱਕ ਰੂਪ ਹੋ ਕਰਕੇ ਵੀ ਸਾਰੇ ਸੰਸਾਰ ਦੇ ਵਿੱਚ ਅਨੇਕਤਾ ਦੇ ਵਿੱਚ ਵਰਤ ਰਹੇ ਹੋ, ਸਾਰੇ ਸੰਸਾਰ ਦੇ ਵਿੱਚ ਵਿਆਪਕ ਹੋ। ਸਾਧ ਸੰਗ ਜੋ ਤੁਮੈ ਮਿਲਾਇਓ, ਤੋ ਸੁਣੀ ਤੁਮਾਰੀ ਬਾਣੀ। ਸਤਿਗੁਰੂ ਜੀ ਅਪਾਰ ਕਿਰਪਾ ਬਖਸ਼ਿਸ਼ ਹੁਣ ਤੁਸੀਂ ਕੀਤੀ ਆ ਨਾ, ਤੇ ਨਿਰੰਕਾਰ ਜੀ ਨੇ ਕਿਰਪਾ ਕਰਕੇ ਕਹਿੰਦੇ ਉਹਨੇ ਸਤ ਸੰਗ ਦੇ ਵਿੱਚ ਮੈਨੂੰ ਮਿਲਾਤਾ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਨਿਰੰਕਾਰ ਜੀ ਤੁਸੀਂ ਕਿਰਪਾ ਕੀਤੀ ਮੇਰੇ ਤੇ ਵੱਡੀ ਅਪਾਰ ਕਿਰਪਾ ਕਰਕੇ ਤੁਸੀਂ ਮੈਨੂੰ ਸੰਗਤ ਦਾ ਮਿਲਾਪ ਦਿੱਤਾ ਹੈ। ਤੇ ਹੁਣ ਸੰਗਤ ਦੇ ਵਿੱਚ ਆ ਕੇ ਮਹਾਰਾਜ ਫਿਰ ਮੈਂ ਤੇਰੀ ਜੋ ਬਾਣੀ ਹੈ, ਤੇਰੀ ਜੋ ਸਿਫਤਸਲਾਹ, ਤੇਰਾ ਉਪਦੇਸ਼ ਸਰਵਣ ਕੀਤਾ ਕਿ ਸੁਣਨਾ ਕੀਤਾ ਹੈ। ਕਿਉਂਕਿ ਬਾਣੀ ਉਪਦੇਸ਼ ਕੀਰਤਨ ਕਥਾ ਤਾਂ ਸੰਗਤ ਦੇ ਵਿੱਚ ਬੈਠ ਕੇ ਸੁਣਿਆ ਜਾਣਾ ਨਾ, ਕਿਤੇ ਬਾਹਰ ਤੁਰਦਿਆਂ ਫਿਰਦਿਆਂ ਤਾਂ ਸਰਵਣ ਨਹੀਂ ਹੋਣਾ। ਤਾਂ ਮਹਾਰਾਜ ਤੁਸੀਂ ਬਹੁਤ ਵੱਡਾ ਮੇਰੇ ਤੇ ਪਰਉਪਕਾਰ ਕੀਤਾ, ਮੇਰੇ ਤੇ ਬਖਸ਼ਿਸ਼ ਕੀਤੀ ਹੈ ਵੀ ਆਪਣੀ ਸੰਗਤ ਦੇ ਵਿੱਚ ਆ ਕੇ ਬਿਠਾ ਲਿਆ ਕਿਰਪਾ ਕਰਕੇ। ਤੇ ਤੇਰੀ ਸੰਗਤ ਦੇ ਵਿੱਚ ਮਿਲ ਕੇ, ਉਹਨਾਂ ਦੇ ਨਾਲ ਜੁੜ ਕੇ ਬੈਠ ਕੇ ਤਾਂ ਸੁਣੀ ਤੁਮਾਰੀ ਬਾਣੀ। ਤੇ ਮਹਾਰਾਜ ਉਹਨਾਂ ਦੇ ਵਿੱਚ ਸੱਜ ਕਰਕੇ ਮੈਂ ਤੇਰੀ ਸਿਫਤ ਸਲਾਹ ਨੂੰ, ਤੇਰੀ ਬਾਣੀ ਨੂੰ, ਤੇਰੇ ਉਪਦੇਸ਼ ਨੂੰ ਸਰਵਣ ਕੀਤਾ ਹੈ, ਸੁਣਨਾ ਕੀਤਾ ਹੈ। ਆਨੰਦ ਪਿਆ ਪੇਖਤ ਹੀ ਨਾਨਕ, ਪ੍ਰਤਾਪ ਪੁਰਖ ਨਿਰਬਾਣੇ। ਤਾਂ ਨਿਰੰਕਾਰ ਜੀ ਹੁਣ ਆਪਣੇ ਆਪ ਨੂੰ ਸੰਬੋਧਿਤ ਕਰਕੇ ਕਹਿੰਦੇ ਆ ਵੀ ਹੇ ਨਾਨਕ, ਬਾਣੀ ਸੁਣਨ ਦੇ ਨਾਲ, ਸੰਗਤ ਬੈਠਣ ਦੇ ਨਾਲ ਲਾਹਾ ਕੀ ਮਿਲਿਆ? ਮਹਾਰਾਜ ਆਨੰਦ ਪਿਆ ਪੇਖਤ ਹੀ, ਤੁਹਾਡੇ ਦਰਸ਼ਨ ਕਰਨ ਦੇ ਮਾਤਰ, ਸੰਗਤ ਵਿੱਚ ਜੁੜਨ ਦੇ ਮਾਤਰ ਮੈਨੂੰ ਵੱਡਾ ਆਨੰਦ ਪ੍ਰਾਪਤ ਹੋਇਆ। ਤੇ ਜਿਹਦੇ ਨਾਲ ਜੋ ਮੇਰੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਸੀ ਨਾ, ਉਹ ਸਾਰੀ ਖਤਮ ਹੋ ਗਈ। ਤੇ ਮੈਨੂੰ ਇਹ ਬਹੁਤ ਵੱਡਾ ਆਨੰਦ, ਸਹਿਜਤਾ, ਨਿਰਮਲਤਾ ਪ੍ਰਾਪਤ ਹੋਈ ਹੈ, ਜੁੜਨਾ ਕੀਤਾ ਹੈ। ਆਮ ਗੱਲ ਕਰਦੇ ਆ ਨਾ ਵੀ ਨਦੀ ਦੇ ਕਿਨਾਰੇ ਤਾਂ ਹਰ ਕੋਈ ਜਾਂਦਾ ਹੈ, ਕੋਈ ਟਹਿਲ ਕੇ ਆਉਂਦਾ ਹੈ, ਕੋਈ ਲੇਟ ਕੇ ਆਉਂਦਾ ਹੈ, ਕੋਈ ਤਾਰੀਆਂ ਲਗਾ ਕੇ ਆਉਂਦਾ ਹੈ, ਕੋਈ ਕਿਸ਼ਤੀ ਕਰਕੇ ਆਉਂਦਾ ਹੈ, ਪਰ ਕੋਈ ਵਿਰਲਾ ਹੁੰਦਾ ਹੈ,
ਕੋਈ ਡੂੰਘੀ ਛਾਲ ਲਾ ਕੇ ਨਾ ਨਦੀ ਦੇ ਤਲ ਦੇ ਵਿੱਚੋਂ ਉਹ ਹੀਰੇ ਮੋਤੀ ਜਵਾਹਰਾਤ ਕੱਢ ਕੇ ਲਿਆਉਂਦਾ ਹੈ, ਮਹਿੰਗੇ ਪੱਥਰ ਕੱਢ ਕੇ ਲਿਆਉਂਦਾ ਹੈ। ਅਤੇ ਮਹਾਰਾਜ ਕਹਿੰਦੇ ਗੁਰੂ ਘਰ ਤਾਂ ਸੰਗਤ ਵੀ ਤਾਂ ਸਾਰੇ ਆਉਂਦੇ ਹੈ। ਕੋਈ ਕਹਿੰਦਾ ਕਥਾ ਬੜੀ ਵਧੀਆ ਹੋਈ, ਕੀਰਤਨ ਬੜੀਆ ਵਧੀਆ ਹੋਇਆ, ਕੜਾਹ ਪ੍ਰਸ਼ਾਦ ਬਹੁਤ ਸਵਾਦ ਸੀ, ਲੰਗਰ ਬੜਾ ਵਧੀਆ ਸੀ, ਸਾਰੇ ਮੁੜ ਜਾਂਦੇ। ਪਰ ਕਹਿੰਦੇ ਮਹਾਰਾਜ ਕੋਈ ਬਿਰਲਾ ਆਉਂਦਾ, ਜੋ ਬਖਸ਼ਿਸ਼, ਜੋ ਕਿਰਪਾ, ਜੋ ਆਨੰਦ ਅੱਜ ਹੋਇਆ ਨਾ, ਅੱਜ ਬਣਿਆ, ਉਹ ਹਮੇਸ਼ਾ ਬਣਿਆ ਰਹੇ, ਇਹ ਕਿਰਪਾ ਕਰੀ। ਇਹ ਮੰਗ ਕਹਿੰਦੇ ਕੋਈ ਬਿਰਲਾ ਬਿਰਲਾ ਕਰਦਾ ਹੈ। ਕੋਟਣ ਮੈਂ ਕਹੂੰ ਨਾਰਾਇਣ ਜਿਹ ਚੇਤ, ਮਹਾਰਾਜ ਕੋਈ ਬਿਰਲਾ ਹੀ ਹੈ, ਅਤੇ ਤੁਸੀਂ ਅਪਾਰ ਕਿਰਪਾ ਕੀਤੀ, ਮੈਨੂੰ ਸੰਗਤ 'ਚ ਮਿਲਾ ਲਿਆ, ਅਤੇ ਮੈਂ ਤੇਰੇ ਉਪਦੇਸ਼ ਨੂੰ ਸਰਵਣ ਕੀਤਾ। ਮਹਾਰਾਜ ਫਿਰ ਸਰਵਣ ਕਰਦਿਆਂ ਹੀ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਮਹਾਰਾਜ ਪੇਖ 'ਤੇ ਤੁਹਾਡੇ ਦਰਸ਼ਨ ਮਾਤਰ ਹੀ ਮੈਨੂੰ ਆਨੰਦ ਪ੍ਰਾਪਤ ਹੋ ਗਿਆ, ਅਤੇ ਨਿਰਵਾਣ ਤੇਰੀ ਬਾਣੀ ਨੂੰ ਸਰਵਣ ਕਰਦੇ ਹੀ ਮੈਨੂੰ ਆਨੰਦ ਪ੍ਰਾਪਤ ਹੋ ਗਿਆ। ਮੇਰਾ ਹਿਰਦਾ ਤਨ ਮਨ ਠੰਡਾ ਹੋ ਗਿਆ, ਸ਼ਾਂਤ ਹੋ ਗਿਆ। ਤੋ ਸਤਿਗੁਰ ਕਿਰਪਾ ਕਰਨ, ਪਾਵਨ ਚਰਨਾਂ ਦਾ ਪਿਆਰ, ਨਾਮ ਦੀ ਦਾਤ, ਅੰਮ੍ਰਿਤ ਵੇਲਾ, ਬਾਣੀ ਬਣਦਾ ਪਿਆਰ ਬਖਸ਼ਿਸ਼ ਕਰਨ। ਸਤਿਗੁਰ ਅੱਗੇ ਅਸੀਂ ਵੀ ਇਹੀ ਅਰਦਾਸ ਕਰਨਾ ਕਰੀਏ, ਸਤਿਗੁਰ ਕਿਰਪਾ ਕਰੋ, ਆਪਣੇ ਨਾਮ ਦੀ, ਆਪਣੀ ਵਡਿਆਈ ਦੀ, ਆਪਣੇ ਬਾਣੀ ਬਾਣੇ ਦੀ ਬਖਸ਼ਿਸ਼ ਕਰੋ, ਤਾਂ ਨੂੰ ਤੇ ਨਾਲ ਜੁੜ ਕਰਕੇ ਇਸ ਮਨੁੱਖਾ ਜਨਮ ਦਾ ਲਾਹਾ ਪ੍ਰਾਪਤ ਕਰੀਏ। ਸਤਿਗੁਰ ਅੱਗੇ ਦੋਏ ਕਰ ਜੋੜ ਕਰੋ ਬੇਨੰਤੀ, ਜਬ ਤਬ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਕਿਉਂਕਿ ਨਿਰੰਕਾਰ ਪਿਤਾ ਨੂੰ ਤਾਂ ਅਸੀਂ ਬੇਨਤੀ ਹੀ ਕਰ ਸਕਦੇ ਹਾਂ ਨਾ। ਬਾਣੀ ਕਹਿ ਰਹੀ ਆ ਨਾ, ਜਿਸ ਠਾਕੁਰ ਸੋ ਨਾਹੀ ਚਾਰਾ, ਤਾਂ ਕੋ ਕੀਜੈ ਸਦਾ ਨਮਸਕਾਰਾ। ਲੋ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਕੋਈ ਵੀ ਰਸਨਾ ਵਾਂਝ ਰਹੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।